ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਕਿ ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਵਧੀਆ ਹੋਵੋਗੇ। ਆਓ ਜੀ ਅਸੀਂ ਡਿਸਕਸ ਕਰੀਏ ਅੱਜ ਦੇ ਪਾਰਟ 2 ਦੇ ਬਾਰੇ। ਕੱਲ ਮੈਂ ਪਾਰਟ 1 ਦੇ ਬਾਰੇ ਦੱਸਿਆ ਸੀ ਤੁਹਾਨੂੰ ਸਾਰਿਆਂ ਨੂੰ, ਯੂਨਾਈਟਿਡ ਨੇਸ਼ਨ ਦੇ ਬਾਰੇ। ਆਈ ਹੋਪ ਕਿ ਤੁਹਾਨੂੰ ਉੱਥੇ ਸਾਰਾ ਜਿਹੜਾ ਪਾਰਟ 1 ਦਾ ਜਿਹੜਾ ਫਾਊਂਡੇਸ਼ਨ ਹੈ ਉਹ ਸਮਝ ਆ ਗਿਆ ਹੋਵੇਗਾ। ਅੱਜ ਅਸੀਂ ਇਸ ਨੂੰ ਸਟੋਰੀ ਨੂੰ ਅੱਗੇ ਥੋੜ੍ਹਾ ਚੱਲਦੇ ਹੋਏ ਇਸ ਨੂੰ ਹੋਰ ਸਮਝਦੇ ਹਾਂ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਹੋਰ ਕਿਵੇਂ ਕੰਮ ਕਰਦਾ ਹੈ। ਉਹ ਸੰਸਥਾ ਬਣਾਈ ਸੀ ਆਪਾਂ, ਹੁਣ ਇੰਟਰਨੈਸ਼ਨਲ ਲੈਵਲ 'ਤੇ ਇਹ ਬੋਡੀ ਕੰਮ ਕਿਵੇਂ ਕਰਦੀ ਹੈ। ਇਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਕਿ ਜਿਹੜੇ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਪਹਿਲੀ ਵਾਰੀ ਆਏ ਨੇ ਅਤੇ ਇਸੇ ਹੀ ਵੀਡੀਓ ਨੂੰ ਵੇਖ ਰਹੇ ਆ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਤੁਹਾਡੇ ਲਾਈਕ ਅਤੇ ਕਮੈਂਟ ਦੇ ਨਾਲ ਹੀ ਮੈਨੂੰ ਮੋਟੀਵੇਸ਼ਨ ਮਿਲਦਾ ਤਾਂ ਕਿ ਮੈਂ ਤੁਹਾਡੇ ਵਾਸਤੇ ਇਸ ਤਰ੍ਹਾਂ ਦੀ ਵੀਡੀਓ ਹੋਰ ਲੈ ਕੇ ਆਵਾਂ। ਠੀਕ ਹੈ ਜੀ। ਅਤੇ ਤੁਹਾਨੂੰ ਵੀ ਪਤਾ ਜੀ, ਇੱਕ ਸਿਰਫ ਤੁਹਾਡੇ ਵਾਸਤੇ ਵੀ ਤੁਸੀਂ ਕਿਸੇ ਨੂੰ ਸ਼ੇਅਰ ਕਰ ਦੋਗੇ ਤਾਂ ਕਿਸੇ ਹੋਰ ਦਾ ਵੀ ਭਲਾ ਹੋ ਜਾਏਗਾ। ਠੀਕ ਹੈ ਜੀ। ਅਤੇ ਮਿਹਨਤ ਤਾਂ ਤੁਹਾਨੂੰ ਪਤਾ ਲੱਗਦੀ ਹੈ ਬਣਾਉਣ ਵਾਸਤੇ ਵੀਡੀਓ ਦੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ, ਸ਼ੇਅਰ ਕਰਦੇ ਹਾਂ ਜੀ ਸਾਰੇ ਜੀ। ਅਤੇ ਆਓ ਜੀ ਹੁਣ ਆਪਣੀ ਪਾਰਟ 2 ਨੂੰ ਡਿਸਕਸ ਕਰੀਏ। ਪਾਰਟ 2 ਨੂੰ ਆਪਾਂ ਡਿਸਕਸ ਕਰਦੇ ਹਾਂ। ਪਾਰਟ 2 ਦੇ ਵਿੱਚ ਕੀ ਹੈ ਜੀ, ਇਸ ਦੇ ਵਿੱਚ ਸਭ ਤੋਂ ਮੇਨ ਤੁਸੀਂ ਵੇਖਣਾ ਹੈ ਉਹ ਹੈਗਾ ਤੁਹਾਡਾ ਇਸ ਦੇ ਵਿੱਚ ਤੁਸੀਂ ਠੀਕ ਹੈ ਹਾਂਜੀ। ਅਤੇ ਆਓ ਜੀ, ਮੈਂ ਕੱਲ੍ਹ ਤੁਹਾਨੂੰ ਦੱਸਿਆ ਸੀ ਯੂਨਾਈਟਿਡ ਨੇਸ਼ਨ ਦੇ ਨਾ ਕੰਮ ਕਿਵੇਂ ਕਰਦਾ ਹੈ। ਹੁਣ ਯੂਨਾਈਟਿਡ ਨੇਸ਼ਨ ਸੰਸਥਾ ਬਣ ਗਈ, ਹੁਣ ਇਹ ਕੰਮ ਕਿਵੇਂ ਕਰਦੀ ਹੈ, ਮਤਲਬ ਇਹਦੇ ਥੱਲੇ ਨਾ 6 ਪਿਲਰ ਨੇ। 6 ਪਿਲਰ ਕਹਾਂਗੇ ਆਪਾਂ। ਜਿਵੇਂ ਕੋਈ ਮੰਜਾ ਹੈ ਉਹਦੇ 4 ਪਾਵੇ ਹੁੰਦੇ ਆ ਤਾਂ ਹੀ ਉਹ ਮੰਜਾ ਹੈ ਨਾ। ਇਸੇ ਕਰਕੇ ਜਿਵੇਂ ਸਾਡੇ ਇੱਕ ਬੋਡੀ ਹੈ ਉਹਦੇ ਉੱਪਰ ਹੈੱਡ ਲੱਗਿਆ, ਇਹ ਹੈੱਡ ਦੇ ਕਾਰਨ ਸਾਡੇ ਪੈਰ ਵੀ ਕੰਟਰੋਲ ਹੁੰਦੇ ਨੇ, ਸਾਡੇ ਹੱਥ ਕੰਟਰੋਲ ਹੁੰਦੇ ਨੇ, ਸਾਡੀ ਬੋਡੀ ਕੰਟਰੋਲ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਰੇ ਫੰਕਸ਼ਨ ਕਰਦੇ ਨੇ ਸਾਡੇ ਦਿਮਾਗ ਤੋਂ। ਹੁਣ ਦਿਮਾਗ ਤਾਂ ਅਸੀਂ ਬਣਾ ਲਿਆ, ਹੁਣ ਬੋਡੀ ਕੰਮ ਕਿਵੇਂ ਕਰੂਗੀ। ਜਦੋਂ ਦਿਮਾਗ ਕਹੂਗਾ ਚੱਲ ਤਾਂ ਉਦੋਂ ਹੀ ਚੱਲਾਂਗੇ, ਜਦੋਂ ਕਿਸੇ ਚੀਜ਼ ਨੂੰ ਫੜ ਤਾਂ ਉਦੋਂ ਹੀ ਫੜਾਂਗੇ। ਇਸੇ ਤਰ੍ਹਾਂ ਹੀ ਯੂਨਾਈਟਿਡ ਨੇਸ਼ਨ ਵੀ ਕੀ ਕਰਦੀ ਹੈ, ਇਸੇ ਤਰ੍ਹਾਂ ਹੀ ਬੋਡੀ ਹੈ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਪਰ ਪੂਰੇ ਦੇਸ਼ਾਂ ਨੂੰ ਕੰਟਰੋਲ ਕਰਦੀ ਪਈ ਹੈ। ਠੀਕ ਹੈ ਜੀ। ਹੁਣ ਇਹਦੇ 6 ਪਿਲਰ ਵੇਖ ਲਓ ਤੁਸੀਂ। 6 ਪਿਲਰ ਕਿਹੜੇ ਨੇ। 6 ਪਿਲਰ ਹੈਗੇ ਨੇ, ਇਹ ਹੈਗੇ ਨੇ ਸਭ ਤੋਂ ਪਹਿਲਾਂ ਇੱਕ ਤਾਂ ਇਹਦਾ ਜਿਹੜਾ ਮੇਨ ਪਿਲਰ ਹੈ ਉਹਨੂੰ ਆਪਾਂ ਕਹਿੰਦੇ ਹਾਂ ਜਨਰਲ ਅਸੈਂਬਲੀ। ਇਹ ਮੈਂ ਦੱਸੂੰਗਾ ਸਾਰਾ, ਤੁਸੀਂ ਇੱਕ ਵਾਰੀ ਲਿਖ ਲਓ ਜਨਰਲ ਅਸੈਂਬਲੀ। ਇਹਨੂੰ ਆਪਾਂ ਪੂਰੇ ਦੁਨੀਆ ਦੀ ਵਰਲਡ ਪਾਰਲੀਮੈਂਟ ਕਹਿ ਦਿੰਦੇ ਹਾਂ। ਇਸ ਦੇ ਬਾਰੇ ਮੈਂ ਡਿਟੇਲ ਦੇ ਵਿੱਚ ਡਿਸਕਸ ਕਰੂੰਗਾ। ਪਹਿਲਾਂ ਤੁਸੀਂ ਇਹ ਲਿਖ ਲਓ, ਫਿਰ ਮੈਂ ਤੁਹਾਨੂੰ ਇਹ ਸਾਰਾ ਲਿਖਵਾ ਦੇਵਾਂ, ਫਿਰ ਤੁਹਾਨੂੰ ਮੈਂ ਸਮਝਾਉਣਾ ਸਾਰਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਉਂਦਾ ਸੈਕਿੰਡ ਤੁਹਾਡਾ ਆ ਜਾਵੇਗਾ ਇਹਦੇ ਵਿੱਚ ਸੈਕਿੰਡ ਨੰਬਰ 'ਤੇ ਆਉਂਦਾ ਸਿਕਿਉਰਿਟੀ ਕਾਊਂਸਿਲ। ਠੀਕ ਹੈ ਜੀ। ਅਤੇ ਤੀਸਰੇ ਨੰਬਰ 'ਤੇ ਤੁਹਾਡਾ ਆਵੇਗਾ ਜੀ ਈਕੋਸੋਕ। ਮੈਂ ਦੱਸੂੰਗਾ। ਥਰਡ ਨੰਬਰ 'ਤੇ ਈਕੋਸੋਕ ਇਕਨੋਮਿਕਲ ਐਂਡ ਸੋਸ਼ਲ ਇੱਕ ਸੰਸਥਾ ਹੈਗੀ ਆ, ਉਸ ਨੂੰ ਵੀ ਮੈਂ ਸਮਝਾਵਾਂਗਾ ਤੁਹਾਨੂੰ ਉਹਦਾ ਕੀ ਕੰਮ ਸੀਗਾ। ਇਹ ਇੱਕ ਪਿਲਰ ਹੈ ਜੀ ਇਹਦਾ। ਠੀਕ ਹੈ ਜੀ। ਅਤੇ ਚੌਥੇ ਨੰਬਰ 'ਤੇ ਆ ਜਾਂਦਾ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ ਨੂੰ ਆਪਾਂ ਕਹਿ ਦਿੰਦੇ ਹਾਂ ਕੋਰਟ ਆਫ ਜਸਟਿਸ। ਪੂਰੇ ਦੁਨੀਆ ਦੇ ਵਿੱਚ ਜਿਹੜੇ ਆਪਸ ਦੇ ਡਿਸਪਿਊਟ ਹੁੰਦੇ ਨੇ ਉਹਨੂੰ ਵਾਸਤੇ ਨਿਪਟਾਉਣ ਵਾਸਤੇ ਇੱਕ ਸੰਸਥਾ ਬਣੀ ਹੋਈ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹ ਕੋਰਟ ਹੈ ਜਿਵੇਂ। ਠੀਕ ਹੈ ਜੀ। 5ਵੇਂ ਨੰਬਰ 'ਤੇ ਜਿਹੜੀ ਹੈਗੀ ਹੈ ਇਹਦਾ ਸੈਕਟਰੇਟ ਜਿੱਥੇ ਸਾਰੇ ਇਹਨਾਂ ਦੀ ਬਿਲਡਿੰਗ ਹੈ ਜਿੱਥੇ ਬਹਿੰਦੇ ਨੇ ਉਹਨੂੰ ਆਪਾਂ ਕਹਿੰਦੇ ਹਾਂ ਸੈਕਟਰੇਟ। ਜਿਵੇਂ ਤੁਸੀਂ ਵੇਖਿਆ ਹੋਵੇਗਾ ਚੰਡੀਗੜ੍ਹ ਦੇ ਵਿੱਚ ਮੰਤਰੀ ਸਾਰੇ ਜਿੱਥੇ ਬਹਿੰਦੇ ਆ ਸੌਂਦੇ ਆ, ਜਿੱਥੇ ਇਹਨਾਂ ਦੀ ਬਿਲਡਿੰਗਾਂ ਹੈਗੀਆਂ। ਅਤੇ 6ਵੇਂ ਨੰਬਰ 'ਤੇ ਜਿਹੜੀ ਇੱਕ ਸੰਸਥਾ ਇਹਦੀ ਹੈਗੀ ਸੀ, ਉਹ ਅੱਜ ਕੱਲ੍ਹ ਨਹੀਂ ਹੈਗੀ ਹੈ ਪਰ ਇਹ ਬਣੀ ਸੀ। ਠੀਕ ਹੈ ਜੀ। 6ਵੀਂ ਸੰਸਥਾ ਹੈਗੀ ਹੈ ਜੀ, ਉਹਨੂੰ ਆਪਾਂ ਕਹਿੰਦੇ ਹਾਂ ਟਰੁਸਟੀਸ਼ਿਪ ਕਾਊਂਸਿਲ। ਠੀਕ ਹੈ ਜੀ। ਇਹ ਸੰਸਥਾ ਅੱਜ ਨਹੀਂ ਹੈਗੀ ਹੈ। ਹੁਣ ਆਪਾਂ ਪਹਿਲੀ ਸੰਸਥਾ ਦੇ ਬਾਰੇ, ਆਈ ਹੋਪ ਕਿ ਤੁਹਾਨੂੰ ਮੈਂ 6 ਪਿਲਰ ਇਹ ਸਾਰੇ ਸਮਝਾ ਚੁੱਕਿਆ। ਇੱਕ ਵਾਰੀ ਦੁਬਾਰਾ ਤੋਂ ਦੇਖ ਲਓ। ਪਹਿਲਾ ਪਿਲਰ ਹੈਗਾ ਸੀ ਜਨਰਲ ਅਸੈਂਬਲੀ, ਸੈਕਿੰਡ ਪਿਲਰ ਸਿਕਿਉਰਿਟੀ ਕਾਊਂਸਿਲ, ਥਰਡ ਪਿਲਰ ਈਕੋਸੋਕ, ਫੋਰਥ ਪਿਲਰ ਤੁਹਾਡਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਫਿਫਥ ਪਿਲਰ ਇਹਨਾਂ ਦਾ ਸੈਕਟਰੇਟ ਐਂਡ 6ਵਾਂ ਪਿਲਰ ਜਿਹੜਾ ਹੋ ਗਿਆ ਤੁਹਾਡਾ ਇਹ ਹੋ ਗਿਆ ਟਰੁਸਟੀਸ਼ਿਪ ਕਾਊਂਸਿਲ। ਹੁਣ ਆਪਾਂ ਪਹਿਲੇ ਪਿਲਰ ਦੇ ਬਾਰੇ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਪਹਿਲਾ ਜਿਹੜਾ ਪਿਲਰ ਹੈ ਜੀ ਇਹਨਾਂ ਦਾ, ਪਹਿਲੇ ਪਿਲਰ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਪਿਲਰ ਸੀਗਾ ਜਨਰਲ ਅਸੈਂਬਲੀ ਨੂੰ ਕਿਉਂ ਕਹਿੰਦੇ ਆ ਜਨਰਲ ਅਸੈਂਬਲੀ, ਇਹਨੂੰ ਆਪਾਂ ਕਿਉਂ ਕਹਿੰਦੇ ਆ ਜਨਰਲ ਅਸੈਂਬਲੀ ਦਾ ਮਤਲਬ ਪਤਾ ਕਿਉਂ ਜੀ। ਦੇਖੋ ਪੂਰੀ ਦੁਨੀਆ ਦੇ ਵਿੱਚ ਨਾ 193 ਦੇਸ਼ ਯੂਨਾਈਟਿਡ ਨੇਸ਼ਨ ਦੇ ਵਿੱਚ ਬੈਠਦੇ ਨੇ। ਇਹ ਕਿੱਥੇ ਬੈਠਦੇ ਨੇ, ਇਹ ਜਨਰਲ ਅਸੈਂਬਲੀ ਦੇ ਵਿੱਚ ਬੈਠਦੇ ਨੇ। ਤੁਸੀਂ ਦੇਖੋ ਇੰਡੀਆ ਦੀ ਜਿਵੇਂ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਕੀ ਪਾਰਟ ਨੇ, ਇੱਕ ਪ੍ਰੈਜ਼ੀਡੈਂਟ ਹੈ, ਇੱਕ ਲੋਕ ਸਭਾ ਹੈ, ਇੱਕ ਰਾਜ ਸਭਾ। ਹੁਣ ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਸਾਰੇ MP ਪੂਰੇ ਹਿੰਦੁਸਤਾਨ ਦੇ ਵਿੱਚੋਂ ਇਕੱਠੇ ਹੋ ਕੇ 550 ਇੱਕ ਪਾਸੇ ਬਹਿੰਦੇ ਨੇ, 250 ਇੱਕ ਪਾਸੇ ਬਹਿੰਦੇ ਨੇ। ਇਹ ਲੋਅ ਬਣਾਉਂਦੇ ਨੇ, ਪ੍ਰੈਜ਼ੀਡੈਂਟ ਉਹਦੇ 'ਤੇ ਸਾਈਨ ਕਰਦਾ ਅਤੇ ਉਹ ਦੇਸ਼ ਦੇ ਵਿੱਚ ਲਾਗੂ ਹੋ ਜਾਂਦਾ। ਸੇਮ ਉਹੀ ਪ੍ਰੋਸੈਸ ਪੂਰੇ ਦੁਨੀਆ ਦੇ ਵਿੱਚ ਵੀ ਇੱਦਾਂ ਹੀ ਹੈ। ਇੱਕ ਦੇਸ਼ ਤੋਂ ਇੱਕ ਕੰਟਰੀ, ਇੱਕ ਦੇਸ਼ ਤੋਂ ਇੱਕ ਪਰਸਨ,
ਇੱਕ ਦੇਸ਼ ਦੀ ਇੱਕ ਵੋਟ ਹੋਵੇਗੀ ਉਸ ਪਾਰਲੀਮੈਂਟ ਦੇ ਵਿੱਚ, ਯੂਨਾਈਟਿਡ ਨੇਸ਼ਨ ਦੇ ਵਿੱਚ, ਠੀਕ ਹੈ ਜੀ। ਜਿਵੇਂ ਇੰਡੀਆ ਦਾ ਇੱਕ ਵੋਟ ਹੈ, ਇੰਡੀਆ ਇੱਕ ਦੇਸ਼ ਹੈ, ਤੇ ਇੰਡੀਆ ਦੀ ਇੱਕ ਵੋਟ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਤੇ ਉਹ ਕਿੱਥੇ ਬੈਠੇਗਾ? ਜਨਰਲ ਅਸੈਂਬਲੀ ਦੇ ਵਿੱਚ। ਕੋਈ ਵੀ ਮੁੱਦਾ ਉਠਾਉਣਾ ਹੈ ਤੁਸੀਂ ਪੂਰੀ ਦੁਨੀਆ ਦੇ ਵਰਲਡ ਲੈਵਲ ਦੇ ਉੱਪਰ, ਤਾਂ ਕਿੱਥੇ ਉਠਾਓਗੇ? ਜਨਰਲ ਅਸੈਂਬਲੀ ਦੇ ਵਿੱਚ, ਜਨਰਲ ਅਸੈਂਬਲੀ ਦੇ ਵਿੱਚ, ਠੀਕ ਹੈ ਜੀ। ਹੁਣ ਤੁਸੀਂ ਦੇਖੋਗੇ ਸਾਡੇ ਇੰਡੀਆ ਦੇ ਵਿੱਚ ਕਈ ਟੈਰਰਿਸਟ ਹੁਣ ਪਾਕਿਸਤਾਨ ਸਾਡੇ ਵੱਲ ਭੇਜਦਾ, ਅਸੀਂ ਉਸ ਦੀ ਜਿਹੜੀ ਹੈ ਕਿੱਥੇ ਹੁਣ ਉਸ ਦੇ ਕਿੱਥੇ ਜਾ ਕੇ ਆਪਣਾ ਮੁੱਦਾ ਉਠਾਉਂਦੇ ਹਾਂ ਆਪਾਂ? ਜਨਰਲ ਅਸੈਂਬਲੀ। ਇਸ ਲਈ ਇਸ ਨੂੰ ਕੀ ਕਹਿੰਦੇ ਆ? ਪੂਰੀ ਦੁਨੀਆ ਦੀ ਵਰਲਡ ਪਾਰਲੀਮੈਂਟ, ਵਰਲਡ ਪਾਰਲੀਮੈਂਟ। ਹੁਣ ਇੱਥੇ ਹੀ ਮੁੱਦਾ ਕਿਉਂ ਉਠਾ ਰਹੇ ਹਾਂ? ਕਿਉਂਕਿ ਇਹਦੇ ਵਿੱਚ ਕਿੰਨੇ ਦੇਸ਼ ਪੈਂਦੇ ਨੇ? 193 ਦੇਸ਼ ਪੈਂਦੇ ਨੇ। ਜੇ ਮੰਨ ਲਓ ਇੰਡੀਆ ਦੀ ਸਿਰਫ ਨਾ ਆਪਣੇ ਘਰੇ ਨਿਊਜ਼ਪੇਪਰਾਂ ਦੇ ਵਿੱਚ ਬੇਇੱਜ਼ਤੀ ਕਰੀ ਜਾਵੇ ਪਾਕਿਸਤਾਨ ਦੀ, ਤਾਂ ਕੋਈ ਫਰਕ ਨਹੀਂ ਪੈਂਦਾ। ਅਗਰ ਉਹ ਜਨਰਲ ਅਸੈਂਬਲੀ ਦੇ ਵਿੱਚ ਜਾ ਕੇ ਬੇਇੱਜ਼ਤੀ ਕਰੂਗਾ ਤਾਂ ਕੀ ਹੋਊਗਾ? 193 ਦੇਸ਼ ਕੀ ਕਰਨਗੇ? ਉਹਨਾਂ ਦੇ ਉੱਪਰ ਇਫੈਕਟ ਪਊਗਾ ਵੀ ਪਾਕਿਸਤਾਨ ਇਸ ਤਰ੍ਹਾਂ ਦਾ ਦੇਸ਼ ਹੈ, ਕੋਈ ਉਸ ਦੇ ਨਾਲ ਸਮਝੌਤਾ ਨਹੀਂ ਕਰੇਗਾ। ਇਸ ਲਈ ਇਹਨੂੰ ਪੂਰੀ ਦੁਨੀਆ ਦੀ ਵਰਲਡ ਪਾਰਲੀਮੈਂਟ ਕਹਿੰਦੇ ਆਪਾਂ। ਕਿਹਨੂੰ? ਜਨਰਲ ਅਸੈਂਬਲੀ, ਜਿਹੜਾ ਕਿ ਪਹਿਲਾ ਪਿਲਰ ਹੈ ਕਿਹਦਾ? ਯੂਨਾਈਟਿਡ ਨੇਸ਼ਨ ਦਾ, ਜਿਹਦੇ ਵਿੱਚ ਇੱਕ ਦੇਸ਼ ਦੀ ਇੱਕ ਵੋਟ, ਠੀਕ ਹੈ ਜੀ। ਕੋਈ ਵੀ ਲਾਅ ਬਣਨਾ ਹੈ ਤਾਂ ਇਹ ਸਾਰੇ ਦੇਸ਼ 193 ਦੇਸ਼ ਉਸ ਦੇ ਉੱਪਰ ਵੋਟਿੰਗ ਕਰਦੇ ਨੇ, ਠੀਕ ਹੈ। P5 ਮੈਂਬਰ ਉਹਦੇ ਉੱਪਰ ਸਾਈਨ ਕਰਦੇ ਨੇ ਅਤੇ ਪੂਰੀ ਦੁਨੀਆ ਦੇ ਵਿੱਚ ਉਹ ਕਾਨੂੰਨ ਲਾਗੂ ਹੋ ਜਾਂਦਾ ਹੈ। ਅਤੇ ਆਈ ਹੋਪ ਕਿ ਤੁਹਾਨੂੰ ਉਹ ਮੈਂ ਜਿਹੜਾ ਲਾਅ ਦੱਸਦਾ ਉਹ ਸਮਝਾਤਾ ਤੁਹਾਨੂੰ ਜਨਰਲ ਅਸੈਂਬਲੀ ਦੇ ਬਾਰੇ, ਠੀਕ ਹੈ ਜੀ। ਇਹਦੇ ਵਿੱਚ ਬਸ ਇੰਨਾ ਹੀ ਤੁਸੀਂ ਯਾਦ ਰੱਖਣਾ ਇਸ ਦੇ ਬਾਰੇ ਕਿ 193 ਮੈਂਬਰ ਨੇ, ਇਹਨੂੰ ਵਰਲਡ ਪਾਰਲੀਮੈਂਟ ਕਿਹਾ ਜਾਂਦਾ ਹੈ। ਇੰਡੀਆ ਦੀ ਇਹਦੇ ਵਿੱਚ ਇੱਕ ਵੋਟ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇਹਦੇ ਵਿੱਚ ਸਾਊਥ ਸੁਡਾਨ ਕੀ ਸੀਗਾ? ਲਾਸਟ ਮੈਂਬਰ ਸੀਗਾ ਜਿਹੜਾ ਐਡ ਹੋਇਆ ਸੀ। ਮੈਂ ਇਹ ਪਹਿਲੇ ਵੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਤੁਹਾਨੂੰ ਸਾਰਾ, ਠੀਕ ਹੈ ਜੀ। ਅੱਛਾ, ਇਹਦੇ ਵਿੱਚ ਕੀ ਹੈ ਜੀ? ਇੱਕ ਸਾਲ ਦੇ ਵਿੱਚ ਇੱਕ ਸਾਲ ਦੀ ਇਹਦੀ ਟਰਮ ਹੁੰਦੀ ਹੈ। ਜਿਹੜਾ ਇਹਦੇ ਵਿੱਚ ਡਾਇਰੈਕਟਰ ਜਨਰਲ ਹੁੰਦਾ, ਜਿਹੜਾ ਮੇਨ, ਜਿਵੇਂ ਆਪਣੀ ਲੋਕ ਸਭਾ ਦੇ ਵਿੱਚ ਕੌਣ ਹੁੰਦਾ? ਸਪੀਕਰ ਹੁੰਦਾ ਸਾਰੇ ਦੇਸ਼ ਦੀ, ਜਿਵੇਂ ਲਾਅ ਬਣਾ ਰਹੇ ਆ ਇਸੇ ਤਰ੍ਹਾਂ ਇੱਕ ਸਾਲ ਦੇ ਵਿੱਚ ਇੱਕ ਦੇਸ਼ ਉਹਦੀ ਮੈਂਬਰਸ਼ਿਪ ਲੈਂਦਾ ਅਤੇ ਉਹ ਉਹਦੇ 'ਤੇ ਬੈਠ ਕੇ ਕੀ ਕਰਦਾ? ਉਹਦੀ ਚੇਅਰਮੈਨ ਹੀ ਕਰੂਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਬੇਸਿਕਲੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਪਿਲਰ ਦੇ ਬਾਰੇ। ਆਈ ਹੋਪ ਕਿ ਇਹ ਜਿਹੜਾ ਪਿਲਰ ਹੈ ਤੁਹਾਨੂੰ ਸਮਝ ਆ ਗਿਆ। ਇਹ ਜਿਹੜਾ ਅੰਗ ਹੈ ਵੀ ਜਿਹੜਾ ਲਾਅ ਬਣਾਉਣ ਦਾ ਕੰਮ ਹੈ, ਉਹ ਕਿਹੜੀ ਸੰਸਥਾ ਆਪਾਂ ਕਰਦੀ ਹੈ ਵਰਲਡ ਲੈਵਲ ਦੇ ਵਿੱਚ? ਲਾਅ ਬਣਾਉਂਦੀ ਹੈ ਜਨਰਲ ਅਸੈਂਬਲੀ। ਲਾਅ ਬਣਾਤਾ ਜਨਰਲ ਅਸੈਂਬਲੀ ਨੇ, ਜਨਰਲ ਅਸੈਂਬਲੀ ਨੇ ਲਾਅ ਬਣਾਤਾ। ਇਸ ਲਾਅ ਨੂੰ ਆਪਾਂ ਲਾਗੂ ਕਰਨਾ ਹੈ। ਲਾਗੂ ਕਿਵੇਂ ਕਰੂਗਾ? ਸਿਕਿਉਰਿਟੀ ਕਾਊਂਸਿਲ ਦੇ ਵਿੱਚ P5 ਮੈਂਬਰ ਇਹਦੇ ਉੱਪਰ ਸਾਈਨ ਕਰਨਗੇ। ਸਿਕਿਉਰਿਟੀ ਕਾਊਂਸਿਲ, ਹੁਣ ਆਪਾਂ ਸਮਝਦੇ ਹਾਂ ਸਿਕਿਉਰਿਟੀ ਕਾਊਂਸਿਲ ਕੀ ਚੀਜ਼ ਹੈ। ਸਿਕਿਉਰਿਟੀ ਕਾਊਂਸਿਲ, ਠੀਕ ਹੈ ਜੀ। ਉਹਦੇ ਬਾਰੇ ਵੇਖਦੇ ਹਾਂ ਸੈਕਿੰਡ ਪਿਲਰ ਦੇ ਬਾਰੇ। ਹੁਣ ਜਿਹੜਾ ਲਾਅ ਬਣਾਇਆ ਪੂਰੇ ਵਰਲਡ ਦੇ ਵਿੱਚ, ਇਸ ਨੂੰ ਲਾਗੂ ਕਰਨ ਵਾਸਤੇ ਆਪਣੇ ਸਭ ਤੋਂ ਜਿਹੜਾ ਇਹ ਬਿੱਲ ਹੈ ਕਿਹਦੇ ਕੋਲ ਜਾਵੇਗਾ? ਸੈਕਿੰਡ ਜਿਹੜਾ ਪਿਲਰ ਹੈ ਉਹ ਹੈਗਾ ਸਿਕਿਉਰਿਟੀ ਕਾਊਂਸਿਲ। ਸਿਕਿਉਰਿਟੀ ਕਾਊਂਸਿਲ ਦੇ ਵਿੱਚ ਨਾ, ਸਿਕਿਉਰਿਟੀ ਕਾਊਂਸਿਲ ਲਿਖ ਲੈਣਾ। ਇਹਦੇ ਵਿੱਚ ਨਾ 15 ਮੈਂਬਰ ਹੈਗੇ ਨੇ, ਦੋ ਹਿੱਸਿਆਂ 'ਚ ਡਿਵਾਈਡ ਨੇ। ਇੱਕ ਹੈਗੇ ਨੇ ਪਰਮਾਨੈਂਟ, ਇੱਕ ਹੈਗੇ ਨੇ ਨੋਨ ਪਰਮਾਨੈਂਟ। ਨੋਨ ਪਰਮਾਨੈਂਟ ਹੈਗੇ ਨੇ 10 ਅਤੇ ਪਰਮਾਨੈਂਟ ਹੈਗੇ ਨੇ 5। ਪਰਮਾਨੈਂਟ ਜਿਹੜੇ 5 ਨੇ ਉਹਨਾਂ ਨੂੰ ਆਪਾਂ P5 ਕਹਿ ਦਿੰਦੇ ਹਾਂ, ਜਿਨ੍ਹਾਂ ਕੋਲ ਕੀ ਹੈਗੀ ਹੈ? ਵੀਟੋ, ਠੀਕ ਹੈ। ਹੁਣ ਜਿਹੜਾ ਕੋਲ ਇਹ ਜਿਹੜੇ 10 ਮੈਂਬਰ ਨੇ ਇਹ ਕੀ ਕਰਦੇ ਨੇ? ਹਰ 2 ਸਾਲ ਵਾਸਤੇ ਆਉਂਦੇ ਨੇ ਅਤੇ 1/3 ਜਿਹੜੇ ਮੈਂਬਰ ਨੇ ਹਰ 2 ਸਾਲ ਬਾਅਦ ਬਦਲ ਜਾਂਦੇ ਨੇ, ਤਾਂ 2-2 ਸਾਲ ਵਾਸਤੇ ਟਰਮ ਮਿਲਦੀ ਹੈ। ਇਹ 10 ਮੈਂਬਰ ਨੋਨ ਪਰਮਾਨੈਂਟ ਨੇ, ਠੀਕ ਹੈ ਜੀ। ਇਹ ਸਿਰਫ ਇਹਨਾਂ ਦੇ ਨਾਲ ਰਹਿੰਦੇ ਨੇ, ਠੀਕ ਹੈ ਜੀ। ਹੁਣ ਇਹਨਾਂ ਦਾ ਕੰਮ ਕੀ ਹੈ? ਮੰਨ ਲਓ ਪੂਰੀ ਦੁਨੀਆ ਦੇ ਵਿੱਚ, ਜਿਵੇਂ ਪੂਰੀ ਦੁਨੀਆ ਦੇ ਵਿੱਚ ਅਫਰੀਕਾ ਇੱਕ ਬਹੁਤ ਜ਼ਿਆਦਾ ਗਰੀਬ ਦੇਸ਼ ਹੈ। ਅਫਰੀਕਾ ਦੇ ਦੇਸ਼ ਬਹੁਤ ਜ਼ਿਆਦਾ ਗਰੀਬ ਨੇ। ਕਿੱਥੇ ਕੋਈ ਟੈਰਰਿਸਟ ਖੜਾ ਗਰੁੱਪ ਹੋ ਗਿਆ, ਉਸ ਟੈਰਰਿਸਟ ਗਰੁੱਪ ਨੂੰ ਖਤਮ ਕਰਨ ਵਾਸਤੇ ਇਹ 15 ਦੇਸ਼ਾਂ ਦੀ ਜ਼ਿੰਮੇਵਾਰੀ ਹੈ। ਇਹ ਆਪਣੀ ਸੈਨਾ ਭੇਜਣਗੇ, ਇਹਨਾਂ ਦੇ ਵਧੀਆ ਬੈਸਟ ਕਮਾਂਡਰ ਦੀ ਸੈਨਾ ਬਣ ਕੇ, ਜਿਹਨੂੰ ਆਪਾਂ ਕਹਿੰਦੇ ਹਾਂ ਬਲੂ ਕੈਪਸ ਆਰਮੀ ਬਣ ਕੇ ਜਾਊਗੀ ਯੂਨਾਈਟਿਡ ਨੇਸ਼ਨ ਦੀ। ਉਹ ਕੀ ਕਰੂਗੀ? ਇੱਥੇ ਆਪਰੇਸ਼ਨ ਚਲਾਵੇਗੀ ਵਰਲਡ ਲੈਵਲ ਦੇ ਉੱਪਰ ਇਹ ਸੰਸਥਾ ਨੂੰ ਖਤਮ ਕਰਨ ਵਾਸਤੇ, ਇਹ ਟੈਰਰਿਸਟ ਗਰੁੱਪ ਨੂੰ ਖਤਮ ਕਰਨ ਵਾਸਤੇ, ਕਿਉਂਕਿ ਇਹ ਪੂਰੇ ਦੁਨੀਆ ਦੇ ਵਾਸਤੇ ਘਾਤਕ ਹੈ। ਇਸ ਕਰਕੇ ਇਹਨਾਂ 15 ਦੇਸ਼ਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜਾ ਅੱਛਾ, ਇੰਡੀਆ ਦੇ ਵਿੱਚ ਕੌਣ ਹੈ ਜੀ? ਇੰਡੀਆ ਇਹਦੇ ਵਿੱਚ ਨੋਨ ਪਰਮਾਨੈਂਟ ਮੈਂਬਰ ਬਣ ਚੁੱਕਿਆ ਹੈ। ਕਿੰਨੀ ਵਾਰੀ? ਇੰਡੀਆ 8 ਵਾਰੀ। ਹੁਣ 8ਵੀਂ ਵਾਰੀ ਇੰਡੀਆ ਮੈਂਬਰ ਬਣਿਆ ਸੀਗਾ। ਹੁਣ ਤੁਸੀਂ ਯਾਦ ਰੱਖਣਾ ਇੰਡੀਆ 8ਵੀਂ ਵਾਰੀ ਮੈਂਬਰ ਬਣ ਚੁੱਕਿਆ। ਇੰਡੀਆ ਕਿਹਦੇ ਵਿੱਚ ਮੈਂਬਰ ਬਣਨਾ ਚਾਹੁੰਦਾ? P5 ਵਾਲੇ ਵਿੱਚ। ਇਹਨੂੰ ਵਧਾ ਕੇ ਕਹਿੰਦੇ ਪਏ ਨੇ P10 ਕਰ ਦਿਓ, ਠੀਕ ਹੈ ਜੀ। P10 ਕਰ ਦਿਓ ਤਾਂ ਕਿ ਇੰਡੀਆ ਨੂੰ ਕੀ ਮਿਲ ਸਕੇ? ਵੀਟੋ ਪਾਵਰ ਮਿਲ ਸਕੇ, ਠੀਕ ਹੈ ਜੀ। ਵੀਟੋ ਪਾਵਰ ਮਿਲੂਗੀ, ਇੰਡੀਆ ਨੂੰ ਕੀ ਬੈਨੀਫਿਟ ਹੋਵੇਗਾ ਉਹਦੇ ਬਾਰੇ ਦੱਸ ਦਿੰਦਾ। ਦੇਖੋ ਜੀ, ਤੁਸੀਂ ਵੇਖਿਆ ਹੋਵੇਗਾ ਵੀ ਹੁਣ ਸਾਡੇ ਇੰਡੀਆ ਦੇ ਵਿੱਚ 9/11 ਦੇ ਅਟੈਕ ਹੋਏ ਸੀ ਅਤੇ ਇਹ ਅਟੈਕ ਹੁਣ ਪਾਕਿਸਤਾਨ ਦੇ ਵਿੱਚ ਇੱਕ ਟੈਰਰਿਸਟ ਬੈਠਾ ਸੀ, ਉਸਦਾ ਮੈਨੂੰ ਨਾਮ ਯਾਦ ਨਹੀਂ ਆ ਰਿਹਾ। ਉਸ ਨੂੰ ਪਾਕਿਸਤਾਨ ਕਹਿੰਦਾ ਪਿਆ ਵੀ ਪਾਕਿਸਤਾਨ ਉਸ ਨੂੰ ਕਹਿੰਦਾ ਕਿ ਇਹ ਸ਼ਰੀਫ ਪਰਸਨ ਹੈ। ਇਸ ਦੀ ਹੁਣ ਇੰਡੀਆ ਨੇ ਫਿਰ ਕੀ ਕੀਤਾ? ਜਨਰਲ ਅਸੈਂਬਲੀ, ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੇ ਵਿੱਚ ਗੱਲ ਉਠਾਈ। ਹੁਣ ਇਹ ਗੱਲ ਉਠਾਈ ਤਾਂ ਫਿਰ ਇੰਡੀਆ ਨੇ ਕੀ ਚਾਈਨਾ ਨੇ ਕੀ ਕਰਤਾ? ਇਹਨੂੰ ਬਾਈਕਾਟ ਕਰਤਾ ਕਿ ਇਹ ਚਾਈਨਾ ਨੇ ਉਸ ਨੂੰ ਕਿਹਾ ਕਿ ਇਹ ਬਿਲਕੁਲ ਸ਼ਰੀਫ ਆਦਮੀ ਹੈ, ਇਸ ਨੂੰ ਅਸੀਂ ਨਹੀਂ ਇੱਦਾਂ ਨਹੀਂ ਕਰ ਸਕਦੇ, ਇਸ ਨੂੰ ਇੰਟਰਨੈਸ਼ਨਲ ਆਤੰਕੀ ਘੋਸ਼ਿਤ ਨਹੀਂ ਕਰ ਸਕਦੇ। ਅਗਰ ਮੰਨ ਲਓ ਜਨਰਲ ਅਸੈਂਬਲੀ ਦੇ ਵਿੱਚ ਉਸ ਪਰਸਨ ਦੇ ਖਿਲਾਫ ਇੰਟਰਨੈਸ਼ਨਲ ਆਤੰਕੀ ਦਾ ਬਿੱਲ ਪਾਸ ਹੋ ਜਾਂਦਾ ਤਾਂ ਪੂਰੀ ਦੁਨੀਆ ਦੀ ਜਿਹੜੀ ਆਰਮੀ ਹੈ, ਪੂਰੀ ਦੁਨੀਆ ਦੀ ਯੂਨਾਈਟਿਡ ਨੇਸ਼ਨ ਦਾ ਕੰਮ ਹੋ ਜਾਊਗਾ ਇਸ ਨੂੰ ਖਤਮ ਕਰਨਾ।
ਤਾਂ ਚਾਈਨਾ ਨੇ ਉਸ 'ਤੇ ਕੀ ਕਰਤਾ, ਆਪਣੀ ਵੀਟੋ ਪਾਵਰ ਯੂਜ਼ ਕਰ ਲਈ, ਤੇ ਇੰਡੀਆ ਵਾਸਤੇ ਉਹ ਕੀ ਹੋ ਗਿਆ, ਸਭ ਤੋਂ ਖਤਰਨਾਕ ਕੰਮ ਹੋ ਗਿਆ। ਇੰਡੀਆ ਹੁਣ ਇੰਡੀਆ ਦੇ ਖਿਲਾਫ ਚਾਈਨਾ ਜਾ ਰਿਹਾ, ਤੇ ਇਸੇ ਕਰਕੇ ਅਗਰ ਕੱਲ੍ਹ ਨੂੰ ਇੰਡੀਆ ਏਸ਼ੀਆ ਦੇ ਵਿੱਚ ਵੀਟੋ ਪਾਵਰ ਲੈਂਦਾ ਤੇ ਇੰਡੀਆ ਵੀ ਬੈਨੀਫਿਟ ਕਰੂਗਾ, ਇੰਡੀਆ ਨੂੰ ਬੈਨੀਫਿਟ ਕਰੇਗਾ ਯੂਨਾਈਟਿਡ ਨੇਸ਼ਨ ਦੇ ਵਿੱਚ ਕੋਈ ਵੀ ਗੱਲ ਰੱਖਣ ਵਾਸਤੇ। ਤੇ ਚਾਈਨਾ ਦੀ ਆਪਾਂ ਕੋਈ ਵੀ ਗੱਲ ਕੱਢ ਸਕਦੇ ਹਾਂ, ਚਾਈਨਾ ਦੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਬਿੱਲ ਪਾਸ ਕਰ ਸਕਦੇ ਹਾਂ ਆਪਾਂ, ਠੀਕ ਹੈ ਜੀ, ਇਸ ਦਾ ਬੈਨੀਫਿਟ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਆ ਜਾਓ, ਸਿਕਿਉਰਿਟੀ ਕਾਊਂਸਲ ਦੇ ਬਾਰੇ ਮੈਂ ਦੱਸ ਚੁੱਕਿਆ ਤੁਹਾਨੂੰ, ਠੀਕ ਹੈ ਜੀ, ਇਹਦੀ ਮੈਂ ਤੁਹਾਨੂੰ ਸਾਰਾ ਕੁਝ ਦੱਸ ਚੁੱਕਿਆ। 15 ਮੈਂਬਰ ਹੁੰਦੇ ਨੇ, ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਥਰਡ ਪੁਆਇੰਟ ਦੇ ਬਾਰੇ ਵੇਖਦੇ ਹਾਂ। ਹਾਂਜੀ ਸਟੂਡੈਂਟ, ਹੁਣ ਆਪਾਂ ਥਰਡ ਪਿਲਰ ਦੇਖਦੇ ਹਾਂ। ਥਰਡ ਪਿਲਰ ਕੌਣ ਹੈ ਜੀ, ਇਹਨੂੰ ਆਪਾਂ ਕਹਿੰਦੇ ਹਾਂ ਇਕੋਸੋਕ। ਇਕੋਸੋਕ ਦਾ ਮਤਲਬ ਫੁੱਲ ਫਾਰਮ ਹੈ ਇਕਨੋਮਿਕਸ ਐਂਡ ਸੋਸ਼ਲ ਕਾਊਂਸਿਲ। ਇਹਦਾ ਇਕਨੋਮਿਕਸ ਐਂਡ ਸੋਸ਼ਲ ਕਾਊਂਸਿਲ ਦਾ ਮਤਲਬ ਕੀ ਹੈ? ਸਭ ਤੋਂ ਪਹਿਲੀ ਜਿਹੜੀ ਮੈਂ ਪਿਲਰ ਪੜ੍ਹਾਇਆ ਸੀ ਉਹਦਾ ਕੰਮ ਸੀਗਾ ਲੋ ਬਣਾਉਣਾ, ਔਰ ਸੈਕਿੰਡ ਪਿਲਰ ਦਾ ਕੰਮ ਸੀਗਾ ਸਿਕਿਉਰਿਟੀ ਪ੍ਰੋਵਾਈਡ ਕਰਨੀ। ਹੁਣ ਥਰਡ ਪਿਲਰ ਦਾ ਕੰਮ ਕੀ ਹੈ ਜੀ? ਥਰਡ ਪਿਲਰ ਦਾ ਕੰਮ ਹੈ ਡਾਟਾ ਇਕੱਠਾ ਕਰਨਾ। ਇਹ ਜਿਹੜਾ ਮੈਂ ਤੀਸਰਾ ਪਿਲਰ ਕਰਵਾ ਰਿਹਾ ਇਹਦਾ ਕੰਮ ਕੀ ਹੈ? ਪੂਰੀ ਦੁਨੀਆ ਦੇ ਵਿੱਚ ਡਾਟਾ ਇਕੱਠਾ ਕਰਨਾ, ਕਿ ਕਿਹੜਾ ਦੇਸ਼ ਜ਼ਿਆਦਾ ਡਿਵੈਲਪ ਹੈ, ਕਿਹੜਾ ਦੇਸ਼ ਅਜੇ ਅੰਡਰ ਡਿਵੈਲਪ ਹੈ, ਕਿਹੜਾ ਦੇਸ਼ ਅਜੇ ਡਿਵੈਲਪਿੰਗ ਹੋ ਰਿਹਾ ਹੈ, ਇਸ ਤਰ੍ਹਾਂ ਦੀਆਂ। ਕਿਉਂਕਿ ਇਹ ਚੀਜ਼ਾਂ ਇਕੱਠੇ ਕਰ ਲੂਗਾ ਤਾਂ ਫਿਰ ਕੱਲ੍ਹ ਨੂੰ ਕੀ ਕਰੇਗਾ? ਤੁਸੀਂ ਵੇਖੋਗੇ ਤਰ੍ਹਾਂ ਦੀਆਂ ਰਿਪੋਰਟਾਂ ਆਉਂਦੀਆਂ ਨੇ। ਇਹ ਰਿਪੋਰਟਾਂ ਵਰਲਡ ਲੈਵਲ 'ਤੇ ਪਰ ਕਿੱਥੇ ਤਿਆਰ ਹੁੰਦੀਆਂ ਨੇ? ਇਸ ਸੰਸਥਾ ਦਾ ਨਾਮ ਹੈ ਇਕੋਸੋਕ, ਠੀਕ ਹੈ ਜੀ। ਇਹ ਸੰਸਥਾ ਕੀ ਕਰਦੀ ਹੈ? ਪੂਰੀ ਦੁਨੀਆ ਦੇ ਵਿੱਚ ਵਰਲਡ ਲੈਵਲ 'ਤੇ ਸੈਂਟਰ ਗੌਰਮੈਂਟ, ਹਰੇਕ ਦੇਸ਼ ਦੀ ਸੈਂਟਰ ਗੌਰਮੈਂਟ ਤੋਂ ਡਾਟਾ ਇਕੱਠਾ ਕਰਦੀ ਹੈ, ਅਤੇ ਪੂਰੇ ਵਰਲਡ ਲੈਵਲ ਦੇ ਉੱਪਰ ਕਿਸੇ ਦੀ ਗਰੀਬੀ ਚੈੱਕ ਕਰੀ ਜਾਂਦੀ ਹੈ, ਕਿਸੇ ਦੀ GDP ਚੈੱਕ ਕਰੀ ਜਾਂਦੀ, ਕਿਸੇ ਦੀ ਪਰ ਕੈਪੀਟਾ ਇਨਕਮ ਚੈੱਕ ਕਰੀ। ਜਿਵੇਂ ਹੁਣ ਤੁਸੀਂ ਦੇਖੋ ਨਿਊਜ਼ ਦੇ ਵਿੱਚ ਨਿਊਜ਼ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਾਂ, ਨਿਊਜ਼ ਦੇ ਵਿੱਚ ਹੁਣੇ ਤੁਸੀਂ ਸੁਣਿਆ ਹੋਵੇਗਾ ਬੰਗਲਾਦੇਸ਼ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ ਇੰਡੀਆ ਤੋਂ ਵੱਧ ਗਈ ਹੈ। ਹੁਣ ਇਹ ਪਤਾ ਕਿਵੇਂ ਲੱਗ ਗਿਆ? ਕਿ ਇੰਡੀਆ ਦੀ ਗੌਰਮੈਂਟ ਨੇ ਡਾਟਾ ਦਿੱਤਾ, ਬੰਗਲਾਦੇਸ਼ ਦੀ ਗੌਰਮੈਂਟ ਡਾਟਾ ਦਿੱਤਾ, ਇਹ ਦੋਨੇ ਡਾਟਾ ਪਹੁੰਚੇ ਯੂਨਾਈਟਿਡ ਨੇਸ਼ਨ ਦੇ ਵਿੱਚ, ਅਤੇ ਉਹਨਾਂ ਨੇ ਸੰਸਥਾ ਦੱਸਿਆ ਕਿ ਇੰਡੀਆ ਨਾਲੋਂ ਵੱਧ ਤਰੱਕੀ ਕਰ ਰਿਹਾ ਬੰਗਲਾਦੇਸ਼, ਠੀਕ ਹੈ ਜੀ। ਇਸ ਤਰ੍ਹਾਂ ਦੀ ਰਿਪੋਰਟਾਂ ਨੂੰ ਤਿਆਰ ਕਰਨ ਵਾਸਤੇ ਸਾਡੇ ਕੋਲ ਸੰਸਥਾ ਪੂਰੇ ਵਰਲਡ ਲੈਵਲ ਦੇ ਉੱਪਰ ਜਿਹੜੀ ਹੈਗੀ ਹੈ ਉਹ ਯੂਨਾਈਟਿਡ ਨੇਸ਼ਨ ਦਾ ਥਰਡ ਪਿਲਰ ਹੈ, ਠੀਕ ਹੈ, ਇਕੋਸੋਕ, ਠੀਕ ਹੈ ਜੀ। ਹੁਣ ਇਹਦੇ ਵਿੱਚ ਕਿੰਨੇ ਮੈਂਬਰ ਨੇ? ਇਕੋਸੋਕ ਦੇ ਵਿੱਚ ਹੁੰਦੇ ਨੇ 54 ਮੈਂਬਰ। ਇਹ 54 ਮੈਂਬਰ ਕਿਹਦੇ 'ਚ ਚੁਣੇ ਜਾਣਗੇ? ਇਹ 54 ਮੈਂਬਰ ਚੁਣੇ ਜਾਣਗੇ 193 ਵਾਲੇ ਮੈਂਬਰ ਦੇ ਵਿੱਚੋਂ। 193 ਵਾਲੇ ਮੈਂਬਰ ਦੇ ਵਿੱਚੋਂ ਚੁਣੇ ਜਾਂਦੇ ਨੇ ਜਿਹੜੇ ਕਿ ਜਨਰਲ ਅਸੈਂਬਲੀ ਦੇ ਵਿੱਚ ਨੇ, ਠੀਕ ਹੈ ਜੀ। ਇੰਡੀਆ ਦੇ ਵਿੱਚ ਮੈਂਬਰ ਬਣੇ, ਹਾਂਜੀ, ਕਈ ਵਾਰੀ ਇੰਡੀਆ ਦੇ ਵਿੱਚ ਮੈਂਬਰ ਬਣ ਚੁੱਕਿਆ। ਇਹਦੇ ਵਿੱਚ ਮੈਂਬਰ ਬਣਦੇ ਨੇ 3 ਸਾਲ ਵਾਸਤੇ, 3 ਸਾਲ ਵਾਸਤੇ ਇਹਦੇ ਵਿੱਚ ਮੈਂਬਰ ਬਣਦੇ ਹੁੰਦੇ ਆਪਾਂ, ਠੀਕ ਹੈ ਜੀ। ਇੰਡੀਆ ਇਹਦੇ ਤੋਂ ਜਦੋਂ ਆਪਾਂ ਹੁਣ ਨੋਨ ਪਰਮਾਨੈਂਟ ਮੈਂਬਰ ਬਣਨ ਤੋਂ ਪਹਿਲਾਂ ਆਪਾਂ ਕਿਹਦੇ ਮੈਂਬਰ ਸੀ? ਇਕੋਸੋਕ ਦੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਹੁਣ ਜਿਹੜੀ ਇਕੋਸੋਕ ਸੰਸਥਾ ਹੈਗੀ ਨਾ, ਇਹਨੂੰ ਆਪਾਂ ਫਰਦਰ ਪੜਾਂਗੇ ਨਾ, ਤੇ ਇਹ ਫਰਦਰ ਆਪਾਂ 4 ਭਾਗਾਂ 'ਚ ਡਿਵਾਈਡ ਹੋ ਜਾਂਦੀ। ਉਹ ਆਪਾਂ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਆਪਾਂ ਨੂੰ ਜਿੰਨਾ ਚਾਹੀਦਾ ਸੀ ਆਪਾਂ ਕਰ ਲਿਆ। ਕਿਉਂਕਿ ਇਹ ਸੰਸਥਾ ਦਾ ਕੰਮ ਹੈ ਰਿਪੋਰਟਾਂ ਤਿਆਰ ਕਰਨਾ, ਕਿਸ ਦੇ ਲਈ ਬੇਸ 'ਤੇ? ਕਿ ਕਿੱਥੇ એનર્ਜੀ ਦਾ ਜ਼ਿਆਦਾ ਯੂਜ਼ ਹੋ ਰਿਹਾ ਹੈ, ਕਿੱਥੇ ਹਿਊਮਨ ਰਿਸੋਰਸ ਜ਼ਿਆਦਾ ਖਤਮ ਹੁੰਦੇ ਪਏ ਨੇ, ਇਨਵਾਇਰਮੈਂਟ ਕਿੱਦਾਂ ਦਾ ਹੈ, ਉੱਥੇ ਹੈਪੀਨੈਸ ਇੰਡੈਕਸ ਕਿੱਦਾਂ ਦਾ ਹੈ, ਪਾਵਰਟੀ ਕਿੱਦਾਂ ਦੀ ਹੈ, ਇਕਨੋਮਿਕਸ ਸੰਸਥਾ ਉੱਥੇ GDP ਕਿਵੇਂ ਕੈਲਕੂਲੇਟ ਕਰਦੇ ਨੇ। ਇਹ ਸਾਰੀਆਂ ਚੀਜ਼ਾਂ ਦਾ ਕੰਮ ਹੈ ਇਕੋਸੋਕ ਦਾ, ਠੀਕ ਹੈ ਜੀ। ਮੈਂ ਤੁਹਾਨੂੰ ਸਮਝਾ ਚੁੱਕਿਆ ਇਸ ਸੰਸਥਾ ਦੇ ਬਾਰੇ। ਹੁਣ ਚੌਥੇ ਪਿਲਰ ਦੇ ਬਾਰੇ ਦੇਖੋ। ਫੋਰਥ ਪਿਲਰ ਕੀ ਹੈ ਜੀ? ਇਸ ਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਠੀਕ ਹੈ ਜੀ। ਹੁਣ ਦੇਖੋ ਤੁਸੀਂ ਅਗਰ ਵਰਲਡ ਮੈਪ ਵੇਖਿਆ ਹੋਏਗਾ ਨਾ, ਇਹ ਸੰਸਥਾ ਕੀ ਹੈ ਜੀ? ਜਿਵੇਂ ਆਪਾਂ ਦੇਖੋ ਆਪਣੇ ਦੇਸ਼ ਦੇ ਵਿੱਚ ਸਭ ਤੋਂ ਵੱਡੀ ਕੋਰਟ ਕਿਹੜੀ ਹੈ? ਸੁਪਰੀਮ ਕੋਰਟ। ਇਹਦੇ ਵਿੱਚ ਕੀ ਕਰਦੇ ਹਾਂ ਆਪਾਂ? ਵੀ ਆਪਣਾ ਵਕੀਲ ਲੈ ਕੇ ਜਾਂਦੇ ਹਾਂ, ਦੂਜੀ ਪਾਰਟੀ ਵੀ ਇੱਕ ਆਪਣਾ ਵਕੀਲ ਲੈ ਕੇ ਜਾਂਦੀ ਹੈ, ਉੱਥੇ ਸਮਝੌਤਾ ਹੁੰਦਾ ਅਤੇ ਸੁਪਰੀਮ ਕੋਰਟ ਜੋ ਗੱਲ ਕਹਿ ਦੇਗਾ ਉਹਨੂੰ ਮੰਨਣੀ ਪੈਂਦੀ ਹੈ, ਠੀਕ ਹੈ ਜੀ। ਪਰ ਇੰਨੀ ਪਾਵਰ ਨਹੀਂ ਹੈਗੀ ਪੂਰੇ ਦੁਨੀਆ ਦੇ ਵਿੱਚ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੋਲ ਇੰਨੀ ਪਾਵਰ ਨਹੀਂ ਹੈਗੀ ਹੈ। ਪਰ ਇਹ ਪੂਰੀ ਦੁਨੀਆ ਦੇ ਵਿੱਚ ਛੋਟੇ ਮੋਟੇ ਜਿਹੜੇ ਡਿਸਪਿਊਟ ਹੈ ਇੱਕ ਦੇਸ਼ ਦੇ ਦੂਜੇ ਦੇਸ਼ ਨਾਲ, ਉਹ ਸੋਲਵ ਕਰਨ ਵਾਲੇ ਸੰਸਥਾ ਤੇ ਕਿਹੜੀ ਹੈਗੀ ਹੈ ਜੀ? ਇਹ ਸੰਸਥਾ ਹੈਗੀ ਹੈ ICJ। ਇਹਨੂੰ ਸ਼ਾਰਟ ਫਾਰਮ ਦੇ ਵਿੱਚ ਆਪਾਂ ਕਹਿੰਦੇ ਹਾਂ ICJ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹਦਾ ਹੈੱਡਕੁਆਟਰ ਕਿੱਥੇ ਹੈ ਜੀ? ਨੀਦਰਲੈਂਡ ਦੀ ਇੱਕ ਸ਼ਹਿਰ ਦਾ ਨਾਮ ਹੈ, ਨੀਦਰਲੈਂਡ ਇੱਕ ਦੇਸ਼ ਹੈ, ਉਸ ਦਾ ਸ਼ਹਿਰ ਹੈਗਾ ਦਾ ਹੇਗ। ਉਹ ਸ਼ਹਿਰ ਦੇ ਵਿੱਚ ਇਹਦਾ ਹੈੱਡਕੁਆਟਰ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕੰਮ ਕੀ ਹੈ ਜੀ? ਜਿਵੇਂ ਤੁਸੀਂ ਵੇਖਿਆ ਹੋਵੇਗਾ ਥੋੜ੍ਹੇ ਦਿਨ ਪਹਿਲਾਂ ਅਫਗਾਨਿਸਤਾਨ ਤੋਂ 2 ਸਾਲ ਦੀ ਗੱਲ ਹੋ ਗਈ। ਅਫਗਾਨਿਸਤਾਨ ਦੇ ਵਿੱਚੋਂ ਕੁਲਭੂਸ਼ਣ ਯਾਦਵ ਇਸ ਨੂੰ ਪਾਕਿਸਤਾਨ ਨੇ ਚੱਕ ਲਿਆ ਸੀ। ਇਹ ਪ੍ਰੂਫ ਕਰਤਾ ਕੁਲਭੂਸ਼ਣ ਯਾਦਵ ਜਿਹੜਾ ਸੀਗਾ ਉਸ ਨੂੰ ਚੱਕ ਲਿਆ ਸੀਗਾ ਪਾਕਿਸਤਾਨ ਨੇ, ਅਤੇ ਚੱਕ ਕੇ ਉਸ ਨੂੰ ਫਾਂਸੀ ਲਗਾਉਣ ਲੱਗ ਗਏ ਸੀ। ਤਾਂ ਫਿਰ ਉੱਥੇ ਕੀ ਹੋਇਆ? ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਇੱਕ ਪਰਸਨ ਸੀਗੇ ਸਾਡੇ ਵਕੀਲ, ਕਿਉਂਕਿ ਇਹਦੇ ਵਿੱਚ 15 ਮੈਂਬਰ ਹੁੰਦੇ ਨੇ। 15 ਮੈਂਬਰ ਦੇ ਵਿੱਚ ਇਹ ਸਾਰੇ ਜੱਜ ਹੁੰਦੇ ਨੇ, 15 ਜੱਜ ਹੁੰਦੇ ਨੇ। ਇਹਦੇ ਵਿੱਚੋਂ ਸਾਡਾ ਵੀ ਇੱਕ ਜੱਜ ਸੀਗਾ ਜਿਹਦਾ ਨਾਮ ਸੀ ਦਲਬੀਰ ਭੰਡਾਰੀ। ਇਸ ਪਰਸਨ ਨੇ ਕੀ ਕੀਤਾ ਸੀਗਾ? ਦਲਬੀਰ ਭੰਡਾਰੀ
ਇਸ ਪਰਸਨ ਨੇ 1 ਰੁਪਏ ਦੇ ਵਿੱਚ ਇਹ ਕੇਸ ਲੜਿਆ ਸੀਗਾ ਤੇ ਜਿਹੜਾ ਕੁਲਭੂਸ਼ਣ ਜਾਧਵ ਸੀਗਾ ਇਸ ਨੂੰ 1 ਰੁਪਏ ਦੇ ਵਿੱਚ ਕੇਸ ਲੜਿਆ ਸੀਗਾ ਤੇ ਪਾਕਿਸਤਾਨ ਇਹਨੂੰ ਚਾਹੁੰਦਾ ਸੀ ਫਾਂਸੀ ਦੇ ਦੇਵੇ, ਪਰ ਫਾਂਸੀ ਰੁਕਵਾਤੀ ਸੀ ਕਿੱਥੇ, ICJ ਦੇ ਵਿੱਚ। ਠੀਕ ਹੈ ਜੀ, ਇਹ ਕੰਮ ਹੁੰਦਾ ਜੀ ਇੱਥੇ ਸੰਸਥਾ ਦਾ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹਾਂਜੀ, ਹੁਣ ਆਪਣਾ ਮੇਨ ਕੰਮ ਹੈ ਕਿ ਇਹਦੇ ਵਿੱਚ ਇੰਡੀਅਨਸ ਕਿੰਨੇ ਪਹੁੰਚੇ ਹੈ। ਹੁਣ ਮੈਂ ਇਹਦੇ ਸੰਸਥਾ ਦੇ ਬਾਰੇ ਦੱਸਦਾ। 15 ਮੈਂਬਰ 15 ਜੱਜ ਨੇ। ਇਹਦੇ ਵਿੱਚ 15 ਜੱਜਾਂ ਦੇ ਵਿੱਚ ਇੱਕ ਜੱਜ ਹੁੰਦਾ ਮੇਨ, ਜਿਹਨੂੰ ਆਪਾਂ ਕਹਿੰਦੇ ਹਾਂ ਚੀਫ ਜਸਟਿਸ ਆਫ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਚੀਫ ਜਸਟਿਸ ਜੋ ਮਤਲਬ 14+1। ਠੀਕ ਹੈ, ਇੱਕ ਮੇਨ ਜੱਜ ਹੋ ਗਿਆ ਜਿਹਦੇ ਅੰਡਰ 14 ਜੱਜ ਨੇ। ਇਹ 14 ਜੱਜ ਦੇ ਅੰਡਰ ਜਿਹੜਾ ਮੇਨ ਸਾਡਾ ਕੌਣ ਇਸ ਟਾਈਮ 'ਤੇ ਜੱਜ ਹੈ ਉਹ ਹੈਗਾ ਦਲਬੀਰ ਭੰਡਾਰੀ। ਇਹ ਪਰਸਨ ਇੰਡੀਆ ਦੇ ਵਿੱਚ ਦਿੱਲੀ ਹਾਈ ਕੋਰਟ ਦਾ ਜੱਜ ਰਿਹਾ, ਉਸ ਤੋਂ ਬਾਅਦ ਮਹਾਰਾਸ਼ਟਰ ਹਾਈ ਕੋਰਟ ਦਾ ਵੀ ਜੱਜ ਰਿਹਾ। ਠੀਕ ਹੈ ਜੀ, ਕਾਫੀ ਬੰਬੇ ਹਾਈ ਕੋਰਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉੱਥੋਂ ਜੱਜ ਰਹਿ ਕੇ ਇਹ ਸੈਕਿੰਡ ਟਰਮ, ਮਤਲਬ ਇੱਥੇ ਇਹ ਵੀ ਯਾਦ ਰੱਖਣਾ ਹੈ ਤੁਸੀਂ ਵੀ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਜੱਜ ਬਣਦਾ ਹੈ ਉਹਦੀ ਟਰਮ ਹੁੰਦੀ ਹੈ 9 ਸਾਲ ਦੀ। ਠੀਕ ਹੈ ਜੀ, 9 ਸਾਲ ਵਾਸਤੇ ਜੱਜ ਬਣਦਾ ਹੈ, ਫਿਰ ਦੁਬਾਰਾ ਅਗਰ 9 ਸਾਲ ਪੂਰੇ ਹੋ ਗਏ ਤਾਂ ਫਿਰ ਦੁਬਾਰਾ ਬਣ ਸਕਦਾ ਹੈ। ਤਾਂ ਦਲਬੀਰ ਜਿਹੜਾ ਭੰਡਾਰੀ ਹੈ ਇਹ ਦੂਜੀ ਵਾਰੀ ਸਿਲੈਕਟ ਹੋਇਆ। ਠੀਕ ਹੈ ਜੀ, ਹੁਣ ਇੱਕ ਕੁਐਸਚਨ ਜਿਹੜਾ ਮੇਨ ਇੰਪੋਰਟੈਂਟ ਜਿਹੜਾ ਪੇਪਰ ਦੇ ਵਿੱਚ ਕਈ ਵਾਰੀ ਪੁੱਛਿਆ ਗਿਆ, ਤੁਹਾਨੂੰ ਇਹ ਪੁੱਛਿਆ ਗਿਆ ਕਿ ਜਿਹੜੇ 14 1+14 ਇਹ 14 'ਚ 10 ਤਾਂ ਮੈਂ ਦਲਬੀਰ ਭੰਡਾਰੀ 2 ਵਾਰੀ ਪਹੁੰਚ ਚੁੱਕਿਆ। ਠੀਕ ਹੈ ਜੀ, ਦੂਜੀ ਵਾਰੀ ਹੁਣ ਦਾ ਟਰਮ ਪੀਰੀਅਡ ਚੱਲੀ ਜਾਂਦਾ ਹੈ। ਇਸ ਦੇ ਵਿੱਚ ਕੋਈ ਪਰਸਨ ਪਹੁੰਚਿਆ ਇਸ ਲੈਵਲ ਦੀ ਪੋਸਟ ਦੇ ਉੱਪਰ? ਹਾਂਜੀ, ਡਾਕਟਰ ਨਾਗੇਂਦਰ ਸਿੰਘ ਜੀ ਪਹਿਲੀ ਵਾਰੀ ਪਹੁੰਚੇ ਸੀਗੇ। ਇਹ 1984-85 ਦੀ ਗੱਲ ਹੈ। ਇਹ ਤੁਸੀਂ ਮੈਨੂੰ ਐਗਜ਼ੈਕਟ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਦੱਸ ਦਿਆ ਜੀ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਹੈੱਡਕੁਆਟਰ ਇਹਦਾ ਦਾ ਹੇਗ ਦੇ ਵਿੱਚ ਹੈ। ਬੜੀ ਵਾਰੀ ਕੁਐਸਚਨ ਪੇਪਰ ਦੇ ਵਿੱਚ ਆਇਆ, ਉਹ ਤੁਸੀਂ ਯਾਦ ਰੱਖਣਾ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਉਹ ਆਉਂਦਾ ਹੈ। ਇਹ ਤਾਂ ਮੈਂ ਤੁਹਾਨੂੰ ਸਟੋਰੀ ਦੱਸੀ ਹੈ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ। ਇਹ ਤੁਹਾਡਾ 4th ਪਿਲਰ ਹੋ ਗਿਆ। 4th ਪਿਲਰ ਤੋਂ ਬਾਅਦ ਆਉਂਦਾ ਤੁਹਾਡਾ 5th ਪਿਲਰ ਹੈ ਜੀ ਟਰੂਸਟੀਸ਼ਿਪ ਕਾਉਂਸਿਲ। ਹੁਣ ਤੁਸੀਂ ਦੇਖੋ ਇੱਕ ਵਰਡ ਹੈ ਇੰਪੀਰੀਅਲਿਜ਼ਮ ਕੀ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਵਿੱਚ। ਅੱਜ ਤੋਂ ਜਿਵੇਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਇੱਕ ਦੇਸ਼ ਜਿਵੇਂ UK ਹੈ, UK ਨੇ ਲਗਭਗ ਦੁਨੀਆ ਦੇ ਸਾਰੇ ਦੇਸ਼ਾਂ ਦੇ ਰਾਜ ਕੀਤਾ, ਸਾਰੇ ਦੇਸ਼ ਜਿਨ੍ਹਾਂ ਲਗਭਗ ਅਮਰੀਕਾ ਨੂੰ ਵੀ ਇਸ ਨੇ ਆਜ਼ਾਦ ਕੀਤਾ। ਠੀਕ ਹੈ ਜੀ, ਇਹ ਕੀ ਕਰਦੇ ਸੀ, ਇੰਪੀਰੀਅਲਿਜ਼ਮ ਹੁੰਦਾ ਸੀ। ਇੰਪੀਰੀਅਲਿਜ਼ਮ ਦਾ ਕੀ ਹੁੰਦਾ ਸੀਗਾ, UK ਦਾ ਕੰਮ ਹੁੰਦਾ ਸੀ ਕਿਸੇ ਦੇਸ਼ ਨੂੰ ਗੁਲਾਮ ਬਣਾ ਲੈਣਾ, ਉੱਥੇ ਦੀ ਜਿਹੜੀਆਂ ਰਿਸੋਰਸ ਹੁੰਦੇ ਆ, ਮਤਲਬ ਖਣਿਜ ਪਦਾਰਥ ਹੁੰਦੇ ਆ, ਉਹ ਆਪਣੇ ਦੇਸ਼ ਦੇ ਵਿੱਚ ਕੱਢ ਕੇ ਲਿਆਉਣੇ ਆ ਅਤੇ ਆਪਣੇ ਦੇਸ਼ ਦੇ ਵਿੱਚ ਉਹਨੂੰ ਬਣਾ ਕੇ ਦੂਜੇ ਦੇਸ਼ 'ਚ, ਅਤੇ ਇਸ ਤਰ੍ਹਾਂ ਪੂਰੇ ਦੇਸ਼ਾਂ ਨੂੰ ਗੁਲਾਮ ਬਣਾ ਕੇ ਰੱਖਣਾ ਇਹਦਾ ਕੰਮ ਹੁੰਦਾ ਸੀ। ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਸੀ, ਉਪਨਿਵੇਸ਼ਵਾਦ। ਠੀਕ ਹੈ ਜੀ, ਅਤੇ ਉਸ ਟਾਈਮ ਦੇ ਵਿੱਚ ਹੁਣ ਜਦੋਂ ਯੂਨਾਈਟਿਡ ਨੇਸ਼ਨ ਬਣ ਗਿਆ ਤਾਂ ਯੂਨਾਈਟਿਡ ਨੇਸ਼ਨ ਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਕਿ ਕੋਈ ਵੀ ਦੇਸ਼, ਯੂਨਾਈਟਿਡ ਨੇਸ਼ਨ ਨੇ ਕਿਹਾ ਕਿ ਕੋਈ ਵੀ ਇੱਕ ਦੇਸ਼ ਦੂਜੇ ਦੇਸ਼ ਦੇ ਉੱਪਰ ਗੁਲਾਮ ਨਹੀਂ ਬਣਾਵੇਗਾ, ਕਿਸੇ ਨੂੰ ਵੀ ਗੁਲਾਮ ਨਹੀਂ ਬਣਾਉਣਾ। ਹੁਣ ਗੁਲਾਮ ਨਹੀਂ ਬਣਾਉਣਾ ਤਾਂ ਜਿਨ੍ਹਾਂ ਦੇ ਅੰਡਰ ਗੁਲਾਮ ਹਜੇ ਦੇਸ਼ ਹੈਗੇ ਸੀਗੇ ਉਹ ਕੀ ਕਰਨ, ਤਾਂ ਉਹਨਾਂ ਤੋਂ ਸਾਰੇ ਦੇਸ਼ ਕੀ ਕਰ ਲਏ, ਮੰਨ ਲਓ ਕਿ ਆਪਾਂ ਮੰਨ ਕੇ ਚੱਲਦੇ ਕਿ 10 ਦੇਸ਼ ਬਚ ਗਏ ਜਿਹੜੇ ਕਿ ਗੁਲਾਮ ਸੀਗੇ ਉਸ ਟਾਈਮ ਦੇ, ਬਾਕੀ ਸਾਰੇ ਲਗਭਗ 1950 ਦੇ ਨਜ਼ਦੀਕ ਸਾਰੇ ਆਜ਼ਾਦ ਹੋ ਚੁੱਕੇ ਸੀ। 10 ਕੁ ਦੇਸ਼ ਬਚੇ ਸੀਗੇ ਜਿਹੜੇ ਕਿ ਗੁਲਾਮ ਸੀਗੇ, ਤਾਂ ਉਹ ਸਾਰੇ ਦੇਸ਼ ਕਿਹਦੇ ਅੰਡਰ ਚਲੇ ਗਏ, ਯੂਨਾਈਟਿਡ ਨੇਸ਼ਨ ਦੀ ਸੰਸਥਾ ਜਿਹੜੀ 5ਵੀਂ ਹੈ ਟਰੂਸਟੀਸ਼ਿਪ ਕਾਉਂਸਿਲ। ਟਰੂਸਟੀਸ਼ਿਪ ਦਾ ਮਤਲਬ ਟਰਸਟ ਦਾ ਮਤਲਬ ਹੁੰਦਾ ਟਰਸਟ ਕਰ ਸਕਦੇ ਹੋ। ਅਤੇ ਯੂਨਾਈਟਿਡ ਨੇਸ਼ਨ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਇਹ ਜਿਹੜੀ ਸਾਡੀ ਸੰਸਥਾ ਹੈ ਨਾ ਟਰੂਸਟੀਸ਼ਿਪ ਕਾਉਂਸਿਲ, ਇਸ ਦਾ ਕੰਮ ਹੋਏਗਾ ਇਹਨਾਂ ਦੇਸ਼ਾਂ ਨੂੰ ਕੀ ਕਰਨਾ, ਗਵਰਨੈਂਸ ਸਿਖਾਉਣੀ। ਇਹਨਾਂ ਦੇਸ਼ਾਂ ਨੂੰ ਸੰਸਥਾ ਬਣਾ ਕੇ ਉਹਨਾਂ ਨੂੰ ਗਵਰਨੈਂਸ ਸਿਖਾਵਾਂਗੇ, ਦੇਸ਼ ਦੇ ਵਿੱਚ ਇਹਦਾ ਇੱਕ ਲਾਅ, ਇਹਦਾ ਕਾਨੂੰਨ ਬਣਾ ਕੇ ਦੇਵਾਂਗੇ, ਕਿਵੇਂ ਸੰਸਥਾ ਚਲਾਉਣੀ ਹੁੰਦੀ, ਕਿਵੇਂ ਸਰਕਾਰ ਚਲਾਉਣੀ ਹੈ, ਕਿਵੇਂ ਆਫਿਸਰ ਚੁਣਨੇ ਹੈ, ਸਾਰਾ ਕੁਝ ਬਣਾ ਕੇ ਅਸੀਂ ਦੇਵਾਂਗੇ। ਜਦੋਂ ਇਹ ਸਾਰੇ ਦੇਸ਼ ਇਸ ਤਰ੍ਹਾਂ ਦੇ ਵਿੱਚ ਭਰਪੂਰ ਮਤਲਬ ਸਿੱਖ ਜਾਣਗੇ ਸਾਰੀਆਂ ਗੱਲਾਂ ਵੀ ਕਿਵੇਂ ਦੇਸ਼ ਚਲਾਈਦਾ, ਕਿਵੇਂ ਆਰਮੀ ਬਣਾਈ ਦੀ ਹੈ, ਕਿਸਾਂ ਇਹ ਚੀਜ਼ਾਂ, ਉਸ ਤੋਂ ਬਾਅਦ ਇਹਨਾਂ ਨੂੰ ਆਜ਼ਾਦ ਕਰ ਦੇਗਾ ਕੌਣ, ਯੂਨਾਈਟਿਡ ਨੇਸ਼ਨ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਕੋਈ ਵੀ ਦੇਸ਼ ਇੱਕ ਦੂਜੇ ਦੇ ਉੱਪਰ ਇੱਕ ਦੂਜੇ ਨੂੰ ਉਪਨਿਵੇਸ਼ਵਾਦ ਨਹੀਂ ਬਣਾਵੇਗਾ। ਤਾਂ ਉਸ ਤੋਂ ਬਾਅਦ ਇਹ ਸੰਸਥਾ ਜੇ ਕਹਿੰਦੇ ਜੀ 1995 ਦੇ ਵਿੱਚ ਇਹ ਜਦੋਂ ਸਾਰੇ ਦੇਸ਼ ਇੱਕ ਦੂਜੇ ਤੋਂ ਆਜ਼ਾਦ ਹੋ ਗਏ ਤਾਂ ਫਿਰ ਇਹ ਸੰਸਥਾ ਦਾ ਕੰਮ ਨਹੀਂ ਰਿਹਾ, ਅਤੇ ਇਹ ਅੱਜ ਪਿਲਰ ਜਿਹੜਾ ਨਹੀਂ ਹੈਗਾ। ਠੀਕ ਹੈ ਜੀ, ਇਹ ਯਾਦ ਰੱਖਣਾ 1995 ਤੱਕ ਸੀਗਾ ਇਹ ਪਿਲਰ, ਅਤੇ ਇਹ ਪਿਲਰ ਦਾ ਕੰਮ ਸੀਗਾ ਸਿਰਫ ਉਹਨਾਂ ਦੇਸ਼ਾਂ ਨੂੰ, ਗੁਲਾਮ ਜਿਹੜੇ ਦੇਸ਼ ਸੀ ਉਹਨਾਂ ਨੂੰ, ਜਿਹੜੇ ਦੇਸ਼ਾਂ ਦੇ ਅੰਡਰ ਸੀਗੇ ਉਹਨਾਂ ਨੂੰ ਆਪਣੇ ਅੰਡਰ ਕਰ ਲਿਆ। ਉਸ ਤੋਂ ਬਾਅਦ ਉਹਨਾਂ ਨੂੰ ਗਵਰਨੈਂਸ ਸਿਖਾਈ, ਉਹਨਾਂ ਨੂੰ ਸਰਕਾਰਾਂ ਬਣਵਾਈਆਂ, ਉਹਨਾਂ ਦੇ ਕੌਂਸਟੀਟਿਊਸ਼ਨ ਬਣਵਾਏ, ਉਹਨਾਂ ਦੀ ਆਰਮੀ ਬਣਵਾਈ, ਉਸ ਤੋਂ ਬਾਅਦ ਉਹਨਾਂ ਨੂੰ ਆਜ਼ਾਦ ਕਰਤਾ। ਫਿਰ ਇਹ ਸੰਸਥਾ ਦਾ ਕੰਮ ਨਹੀਂ ਰਹਿ ਗਿਆ, ਫਿਰ ਆਪਾਂ ਨੂੰ ਕੀ ਕਰਤਾ, ਖਤਮ ਕਰਤਾ। ਹੁਣ ਲਾਸਟ ਪਿਲਰ ਰਹਿ ਗਿਆ, ਇਹ ਸੀਗਾ ਜੀ ਸੈਕਟਰੇਟ ਦਾ ਮਤਲਬ ਕੀ ਹੁੰਦਾ ਜੀ, ਤੁਸੀਂ ਸੈਕਟਰ ਨੰਬਰ 39 ਚੰਡੀਗੜ੍ਹ ਦੇ ਵਿੱਚ ਸਾਰੇ ਮਿਨਿਸਟਰਾਂ ਦੀ ਕੋਠੀਆਂ ਨੇ, ਮਤਲਬ 117 MLA ਨੇ, 117 MLA ਦੀ ਕੋਠੀਆਂ ਨੇ। ਉਹਦਾ ਕੀ ਕੰਮ ਹੈ ਜੀ, ਉੱਥੇ ਸਾਰੇ ਦਫ਼ਤਰ ਦੇ ਵਿੱਚ ਬਹਿੰਦੇ ਨੇ, ਉੱਥੇ ਰਹਿੰਦੇ ਨੇ। ਅਤੇ ਇਸੇ ਤਰ੍ਹਾਂ ਯੂਨਾਈਟਿਡ ਨੇਸ਼ਨ ਦੀ ਬਿਲਡਿੰਗ ਹੈ ਨਾ, ਉਹਦੇ ਵਿੱਚ ਕਹਿੰਦੇ ਜੀ 3500 ਦਾ ਸਟਾਫ ਕੰਮ ਕਰਦਾ। ਉਹ ਸਾਰੇ ਦਫ਼ਤਰ ਨੂੰ ਆਪਾਂ ਕਹਿੰਦੇ ਸੈਕਟਰੇਟ। ਠੀਕ ਹੈ ਜੀ, ਪੂਰੇ ਦੁਨੀਆ ਦੇ ਵਿੱਚ ਉੱਥੋਂ ਆਉਂਦੇ ਨੇ, ਕਿਉਂਕਿ ਕਿਸੇ ਦੇਸ਼ ਨੇ ਮੰਨ ਲਓ
ਹੁਣ ਇਹ ਸੈਕਟਰੀਏਟ ਹੈ। ਸੈਕਟਰੀਏਟ ਦੇ ਵਿੱਚ ਕੀ ਹੈ ਜੀ 17 ਸੰਸਥਾਵਾਂ, ਅੱਗੇ ਤੋਂ ਦੱਸੂਗਾ ਥਰਡ ਪਾਰਟ ਦੇ ਵਿੱਚ ਕਿ 17 ਸੰਸਥਾਵਾਂ ਜਿਹੜੀਆਂ ਨੇ ਇਹ ਯੂਨਾਈਟਿਡ ਨੇਸ਼ਨ ਦੇ ਅੰਡਰ ਨੇ। ਹੁਣ 17 ਜਿਹੜੀਆਂ ਸੰਸਥਾਵਾਂ ਨੇ, ਜਿਹੜੀਆਂ ਮੈਂ ਦੱਸੀ ਜਾਣਾ ਤੁਹਾਨੂੰ ਸੰਸਥਾਵਾਂ, ਇਹ ਜਿਹੜੀ ਸੰਸਥਾਵਾਂ ਨੇ ਇਹ ਸੰਸਥਾਵਾਂ ਦੇ ਵਿੱਚ ਮੰਨ ਲਓ ਕੋਈ ਦੇਸ਼ ਲੋਨ ਲੈਣ ਵਾਸਤੇ ਆ ਰਿਹਾ ਜਾਂ ਕੋਈ ਦੇਸ਼ ਕਿਸੇ ਇਸ਼ੂ ਨੂੰ ਲੈ ਕੇ ਆ ਰਿਹਾ ਜਾਂ ਕਿਸੇ ਦੇਸ਼ ਨੂੰ ਕੋਈ ਗਰੀਬੀ ਹੈ, ਉਹ ਭੁੱਖਮਰੀ ਨੂੰ ਲੈ ਕੇ ਖਰਾਬ ਹੈ, ਕੋਈ ਟੈਰਰਿਸਟ ਤੋਂ ਲੈ ਕੇ ਪ੍ਰੋਬਲਮ ਦੇ ਵਿੱਚ ਹੈ, ਤਾਂ ਉਹ ਸਾਰੇ ਬੈਠਣਗੇ, ਆ ਕੇ ਮਿਲਣਗੇ ਕਿੱਥੇ? ਤਾਂ ਸੈਕਟਰੀਏਟ ਇੱਕ ਦਫ਼ਤਰ ਬਣਾਇਆ ਹੈ, ਉਸ ਦੇ ਵਿੱਚ 3500 ਦਾ 5000 ਦਾ ਸਟਾਫ ਹੈ, ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਉੱਥੇ ਬਹਿੰਦੇ ਨੇ। ਠੀਕ ਹੈ ਜੀ, ਇਹ ਬਸ ਇੰਨਾ ਹੀ ਇੰਪੋਰਟੈਂਟ ਹੈ ਇਹਦੇ ਵਿੱਚ, ਇਹ 6 ਪਿਲਰ ਹੈਗਾ। ਠੀਕ ਹੈ ਜੀ, ਅਤੇ ਇਸੇ ਤਰ੍ਹਾਂ ਹੀ ਤੁਸੀਂ ਲਗਭਗ ਸਾਰਾ ਤੁਹਾਨੂੰ ਸਮਝਾ ਦਿੱਤਾ ਮੈਂ। ਤਾਂ ਹੁਣ ਤੁਸੀਂ ਯਾਦ ਕਰਨਾ ਕਿ ਡਾਇਰੈਕਟਰ ਜਨਰਲ, ਹੁਣ ਤੁਸੀਂ ਮੇਨ ਯਾਦ ਕਰਨਾ ਜੀ ਡਾਇਰੈਕਟਰ ਜਨਰਲ। ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੋਸਟ ਹੁੰਦੀ ਹੈ ਉਹ ਹੁੰਦੀ ਹੈ ਜੀ ਡਾਇਰੈਕਟਰ ਜਨਰਲ। ਠੀਕ ਹੈ ਜੀ, ਹੁਣ ਸਭ ਤੋਂ ਪਹਿਲੇ ਪਰਸਨ ਕੌਣ ਸੀਗੇ ਜੀ? ਜਨਰਲ ਜਿਹੜੇ ਯੂਨਾਈਟਿਡ ਨੇਸ਼ਨ ਦੇ ਡਾਇਰੈਕਟਰ ਜਨਰਲ ਕੌਣ ਸੀਗੇ? ਅੱਜ ਤੱਕ 9 ਡਾਇਰੈਕਟਰ ਜਨਰਲ ਬਣੇ ਨੇ, ਇਹ ਤੁਸੀਂ ਯਾਦ ਰੱਖਣਾ। ਸਭ ਤੋਂ ਪਹਿਲੇ ਜਿਹੜੇ ਪਰਸਨ ਸੀਗੇ, ਸਭ ਤੋਂ ਪਹਿਲੇ ਪਰਸਨ ਸੀਗੇ ਜੀ, ਉਹਨਾਂ ਦਾ ਨਾਮ ਯਾਦ ਕਰ ਲਓ। ਜਿਹੜੇ ਡਾਇਰੈਕਟਰ ਜਨਰਲ ਬਣੇ ਸੀ ਟ੍ਰਿਗਵੇ ਲਾਈ, ਟ੍ਰਿਗਵੇ ਲਾਈ ਇਹ ਪਰਸਨ ਕੌਣ ਸੀਗੇ? ਟ੍ਰਿਗਵੈਲੀ ਇਹ ਲੇਡੀ ਸੀਗੀ, ਕਿੱਥੋਂ ਦੀ? ਨੋਰਵੇ ਦੀ ਪਹਿਲੀ ਲੇਡੀ ਬਣੀ ਸੀ। ਠੀਕ ਹੈ ਜੀ, ਇਹ 1945 ਤੋਂ ਬਣੀ ਸੀ ਅਤੇ 1946-47 ਤੱਕ ਇਹ ਰਹੀ ਸੀ। ਅਤੇ ਉਸ ਤੋਂ ਬਾਅਦ ਅੱਜ ਤੱਕ ਨਾ ਪੂਰੇ 9 ਡਾਇਰੈਕਟਰ ਜਨਰਲ ਬਣ ਚੁੱਕੇ ਆ। ਅਤੇ ਹੁਣ ਇਸ ਟਾਈਮ ਦੇ ਵਿੱਚ ਕੌਣ ਨੇ? ਹੁਣ ਤੁਹਾਨੂੰ ਯਾਦ ਕਰਨਾ ਹੁਣ ਕੌਣ ਨੇ, ਅਤੇ ਇਹ ਤੁਹਾਨੂੰ ਮੈਂ ਦੱਸ ਦੇਣਾ। ਠੀਕ ਹੈ ਜੀ, ਇਹ ਤੁਹਾਨੂੰ ਦੱਸਦਾ ਮੈਂ। ਹਾਂਜੀ ਸਟੂਡੈਂਟ, ਹੁਣ ਜਿਹੜੇ 9ਵੇਂ ਜਿਹੜੇ ਡਾਇਰੈਕਟਰ ਜਨਰਲ ਨੇ ਉਹ ਹੈਗੇ ਨੇ ਐਂਟੀਨੀਓ ਗੁਟੈਰਸ। ਇਹ ਤੁਸੀਂ ਯਾਦ ਰੱਖਣਾ ਕਿੱਥੋਂ ਦੇ ਨੇ? ਪੁਰਤਗਾਲ ਦੇ ਨੇ। ਪੁਰਤਗਾਲ ਇੱਕ ਦੇਸ਼ ਹੈ, ਉੱਥੋਂ ਦੇ ਹੈਗੇ ਨੇ, ਇਹ 9ਵੇਂ ਨੇ। ਇਸ ਤੋਂ ਪਹਿਲਾਂ ਕਿਹੜੇ ਸੀਗੇ? 8ਵੇਂ ਨੰਬਰ 'ਤੇ ਵੀ ਯਾਦ ਰੱਖ ਲਓ, ਕਈ ਵਾਰੀ ਇਹ ਇੰਡੀਆ ਆਏ ਸੀ, ਬਨ ਕਿਨ ਮੂਨ ਇਹ ਪਰਸਨ ਸਾਊਥ ਕੋਰੀਆ ਤੋਂ ਸੀਗੇ, ਇਹਨਾਂ ਰਿਟਾਇਰ ਹੋ ਗਏ ਨੇ। ਉਸ ਤੋਂ ਬਾਅਦ ਐਂਟੀਨੀਓ ਗੁਟੈਰਸ ਆ ਗਏ ਨੇ। ਹੁਣ ਇਸ ਟਾਈਮ ਦੇ ਵਿੱਚ ਇਹ ਨੇ। ਇਹ ਮੇਨ ਸੀਗਾ ਤੁਹਾਡਾ ਯੂਨਾਈਟਿਡ ਨੇਸ਼ਨ ਦਾ ਪਾਰਟ 2। ਆਈ ਹੋਪ ਕਿ ਤੁਹਾਨੂੰ ਸਾਰਾ ਸਮਝ ਆਵੇਗਾ। ਬੜੇ ਧਿਆਨ ਨਾਲ ਹੈੱਡਫੋਨ ਲਾ ਕੇ ਤੁਸੀਂ ਸੁਣਿਆ ਜੇ, ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਹੋ ਜਾਣਗੀਆਂ। ਇਹ ਹੁਣ 6 ਸੰਸਥਾਵਾਂ ਦੱਸਦੀਆਂ ਵੀ ਇਹਨਾਂ ਦੇ ਬੇਸ ਦੇ ਉੱਪਰ ਸਾਰੀ ਸੰਸਥਾਵਾਂ ਦੇ ਅਲੱਗ-ਅਲੱਗ ਕੰਮ ਨੇ। ਹੁਣ ਇਹ 6 ਪਿਲਰ ਨੇ ਜਿਹੜੇ ਕਿ ਇੱਕ ਥਾਂ 'ਤੇ ਬੈਠ ਕੇ ਸਾਰਾ ਕੰਮ ਕਰਦੇ ਪਏ ਨੇ। ਉਸ ਤੋਂ ਬਾਅਦ ਇਹਨਾਂ ਦੇ ਥੱਲੇ ਹੁਣ ਆਪਾਂ ਪੜ੍ਹਾਂਗੇ 17 ਏਜੰਸੀਆਂ। 17 ਏਜੰਸੀਆਂ ਪੜ੍ਹਨ ਤੋਂ ਪਹਿਲਾਂ ਆਪਾਂ ਉਹਨਾਂ ਦੇ ਵਿੱਚ ਕੀ ਦੇਖਣਾ? 17 ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਆਪਾਂ ਦੇਖਣੇ ਨੇ ਹੈੱਡਕੁਆਟਰ ਸਿਰਫ, ਅਤੇ ਉਹਨਾਂ ਦਾ ਕੰਮ ਦੇਖਣਾ, ਉਹਨਾਂ ਦਾ ਕੰਮ ਕੀ ਹੈ। ਠੀਕ ਹੈ ਜੀ, ਉਹ ਵੀ ਵੇਖਣਾ ਨੇ। ਅਤੇ ਕੋਈ ਇੱਕ ਅੱਧੀ ਦਾ ਜੇ ਪ੍ਰੈਜ਼ੀਡੈਂਟ ਵੇਖਣਾ ਪੈ ਜਾਏ ਤਾਂ ਉਹ ਵੀ ਵੇਖ ਲਾਂਗੇ, ਕਿਉਂਕਿ ਇਹਦੇ ਵਿੱਚ ਜਿਹੜਾ ਮੇਨ ਹੋਵੇਗਾ ਮੈਂ ਦੱਸ ਦੂੰਗਾ। ਠੀਕ ਹੈ ਜੀ, ਬਾਕੀ ਸੰਸਥਾਵਾਂ ਦੇ ਹੈੱਡਕੁਆਟਰ ਹੀ ਬੇਸਿਕਲੀ ਪੁੱਛੇ ਜਾਂਦੇ ਨੇ ਕਿ 4 ਸੰਸਥਾਵਾਂ ਦੇ ਦਿੱਤੀਆਂ, ਉਸ ਤੋਂ ਬਾਅਦ MCQ ਦੇ ਵਿੱਚ ਮਿਲਾਨ ਚਿੰਨ ਕਰਨ ਵਾਸਤੇ ਕਹਿ ਦੇਣਗੇ ਵੀ ਮੈਚ ਕਰੋ ਕਿਸ ਤਰ੍ਹਾਂ ਕਿਹੜਾ ਹੈੱਡਕੁਆਟਰ ਕਿੱਥੇ ਹੈ। ਠੀਕ ਹੈ ਜੀ, ਇਸ ਤਰ੍ਹਾਂ ਇਹ ਪਾਰਟ 3 ਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ। ਠੀਕ ਹੈ ਜੀ, ਸੋ ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਪਲੀਜ਼ ਸ਼ੇਅਰ, ਸਬਸਕ੍ਰਾਈਬ ਟੂ एवरीवन।